सुंदरी कांड 7वां। ऊपर लिखे समाचार ਨੂੰ 3 दिन बीत गए। ਸਵੇਰ ਹੋ ਚੁੱਕੀ 10-12 ਵਜੇ ਦਾ ਵੇਲਾ ਹੈ। ਉਸ ਨਗਰ ਵਿੱਚ ਜਿੱਥੇ ਉਸ ਖੱਤਰੀ ਦੀ ਵਹੁਟੀ ਕੈਦ ਸੀ, ਸਭ ਲੋਕੀ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਨਿੱਕੜੇ ਜਿਹੇ ਨਗਰ ਵਿੱਚ ਹੱਟਾਂ-ਪੁਰ ਲੈਣ ਦੇਣ ਹੋ ਰਿਹਾ ਹੈ। ਘਰਾਂ ਵਿੱਚ ਰੋਟੀਆਂ ਤਿਆਰ ਪਈਆਂ ਹੁੰਦੀਆਂ ਹਨ। ਹਾਕਮਾਂ ਦੇ ਮਹਿਲਾਂ ਵਿੱਚ ਅਚਰਜ ਰੰਗ ਹੈ। ਦੀਵਾਨਖਾਨੇ ਵਿੱਚ ਹਾਕਮ ਬੈਠੇ ਹਨ। ਪਾਸ ਕੁਛ ਮੁਸਾਹਿਬ ਕੱਚੇ, ਕੁਛ ਸਾਮਤੀ ਬੈਠੇ ਗੱਪਾਂ ਲਾ ਰਹੇ ਹਨ। ਸ਼ਰਾਬ ਦਾ ਦੌਰ ਜਾਰੀ ਹੈ। ਰੰਗ ਰੰਗ ਦੇ ਖਾਣੇ ਪਏ ਹਨ। ਕੋਈ ਪਿਆਲਾ ਮੂੰਹ ਨਾਲ ਲਾਈ ਬੈਠਾ ਹੈ, ਕੋਈ ਨਕਲ ਉਡਾ ਰਿਹਾ ਹੈ। ਜਨਾਨਖਾਨੇ ਵਿੱਚ ਵੀ ਗਹਿਮਾ ਗਹਿਮ ਹੈ। ਇੱਕ ਗਲੀਚੇ ਪੁਰ 5-6 ਬੇਗਮਾਂ ਬੈਠੀਆਂ ਹਨ। ਉੱਧਰ ਗੋਲੀਆਂ ਬਾਂਦੀਆਂ ਫਿਰ ਰਹੀਆਂ ਹਨ। ਇਹਨਾਂ ਬੇਗਮਾਂ ਦੀ ਸੁੰਦਰਤਾ ਇੱਕ ਤੋਂ ਇੱਕ ਚੜ੍ਹਦੀ ਹੈ। ਰੇਸ਼ਮੀ ਕੱਪੜਿਆਂ ਤੇ ਗਹਿਣਿਆਂ ਦੀ ਸੱਜ-ਧੱਜ ਬਹੁਤ ਵੱਧ ਕੇ ਹੈ। ਇਹਨਾਂ ਵਿੱਚੋਂ ਇੱਕ ਤੀਵੀਂ ਡਾਢੀ ਉਦਾਸ ਬੈਠੀ ਹੈ। ਉਸ ਕਮਰੇ ਦੀ ਅਮੀਰੀ ਸਜਾਵਟ, ਉਸਦੇ ਗਲ ਦੇ ਕੱਪੜੇ ਤੇ ਅਮੋਲਕ ਗਹਿਣੇ ਇਉਂ ਜਾਪਦੇ ਹਨ ਜਿਕਰ ਇੱਕ ਨਵੀਂ ਫੜੀ ਮੈਣਾ ਦੇ ਸੋਨੇ ਦੇ ਪਿੰਜਰੇ ਵਿੱਚ ਪਾਇਆ ਹੈ। ਹੋਰ ਸਭ ਗੱਲਾਂ ਕਰਦੀਆਂ ਹਨ, ਹੱਸਦੀਆਂ ਹਨ, ਕੁਝ ਜੁਗਤ ਮਖੌਲ ਵੀ ਕਰਦੀਆਂ ਹਨ, ਪਰ ਇਹ ਚੁੱਪ ਬੈਠੀ ਹੈ। ਕਿਸੇ ਕਿਸੇ ਵੇਲੇ ਠੰਡਾ ਸਾਹ ਭਰਦੀ ਹੈ, ਕਦੀ ਅੱਖਾਂ ਵਿੱਚੋਂ ਹੰਝੂ ਕਿਰ ਪੈਂਦੇ ਹਨ। ਨਾਲ ਦੀਆਂ ਬੁਲਾਉਂਦੀਆਂ ਹਨ, ਪਰ ਇਹ ਸਿਰ ਹੀ ਨਹੀਂ ਚੁੱਕਦੀ। ਇੱਕ ਜਣੀ ਨੇ ਫਾਰਸੀ ਵਿੱਚ ਕਿਹਾ, ਇਹ ਨਵੀਂ ਚਿੜੀ ਹੈ, ਆਪੇ ਗਿੱਜ ਜਾਏਗੀ। ਇੰਨੇ ਨੂੰ ਖਾਣੇ ਦੀ ਖਬਰ ਆਈ। ਉੱਥੇ ਹੀ ਦਸਤਰਖਾਨ ਵਿਛਾਇਆ ਗਿਆ। ਉੱਤੇ ਭਾਂਤ-ਭਾਂਤ ਦੇ ਖਾਣੇ ਰੱਖੇ ਗਏ। ਸਭੇ ਬਿਸਾ-ਮਿੱਲਾ ਕਹਿ ਕੇ ਖਾਣ ਲੱਗੀਆਂ। ਇਹ ਚੁੱਪ ਬੈਠੀ ਹੈ। ਜੇ ਉਹ ਖਾਣ ਵਾਸਤੇ ਤੰਗ ਕਰਦੀਆਂ ਹਨ ਤਾਂ ਇਹ ਤਰਪ-ਤਰਪ ਹੰਝੂ ਕੇਰਦੀ ਹੈ ਤੇ ਹੌਲੀ ਜਿਹੀ ਕਹਿ ਉੱਠਦੀ ਹੈ, ਹੇ ਸ਼ਿਵ ਸੰਗਾਰ ਕਰ। ਜਦ ਬੇਗਮਾਂ ਨੇ ਬਹੁਤ ਤੰਗ ਕੀਤਾ ਤਦ ਤਾਂ ਫੁੱਟ-ਫੁੱਟ ਰੋਈ। ਡਸਕਾਰਿਆਂ ਦੀ ਆਵਾਜ਼ ਦੂਰ ਤੱਕ ਪਹੁੰਚਣ ਲੱਗੀ। ਸਭੇ ਜਣੀਆਂ ਗੁੱਸੇ ਵਿੱਚ ਭਰ ਗਈਆਂ ਕਿ ਇਸ ਨੇ ਸਾਡਾ ਖਾਣਾ ਹਰਾਮ ਕਰ ਦਿੱਤਾ ਹੈ। ਹੱਥੋਂ ਹੱਥੀਂ ਕੁੱਟਣ ਨੂੰ ਤਿਆਰ ਸਨ, ਪਰ ਇੱਕ ਜਣੀ ਨੂੰ ਕੁਛ ਤਰਸ ਆਇਆ। ਬੋਲੀ, ਭੈਣੋ, ਇਹ ਇਸ ਦੇ ਵੱਸ ਨਹੀਂ। ਜਦ ਮੈਨੂੰ ਫੜ ਕੇ ਆਂਦਾ ਸੀ ਤਦ ਮੇਰਾ ਇਸ ਤੋਂ ਵੀ ਬੁਰਾ ਹਾਲ ਸੀ। ਹੌਲੀ ਹੌਲੀ ਆਪੇ ਰਚ ਮਿਚ ਜਾਏਗੀ। ਗੱਲ ਕਾਹਦੀ, ਉਹ ਸਭੇ ਕੁਝ ਕੁ ਟਲੀਆਂ ਤੇ ਸਹੀ, ਪਰ ਆਖਣ ਲੱਗੀਆਂ ਕਿ ਇਸ ਨੂੰ ਕੁਛ ਖੁਆਉਣਾ ਜ਼ਰੂਰੀ ਹੈ। ਲਾ ਤਰਲੇ ਰਹੀਆਂ, ਪਰ ਉਸ ਰੱਬ ਦੀ ਬੰਦੀ ਨੇ ਇੱਕ ਨਾ ਮੰਨੀ। ਸ਼ੇਖਰ ਉਸ ਨੇ ਰਲ ਕੇ ਉਸਨੂੰ ਢਾਹਿਆ ਤੇ ਮਾਸ ਦੀ ਤਰੀ ਉਸਦੇ ਮੂੰਹ ਵਿੱਚ ਪਾਉਣ ਲੱਗੀਆਂ ਹੀ ਸਨ ਕਿ ਇੰਨੇ ਨੂੰ ਹਾਕਮ ਸਾਹਿਬ, ਜੋ ਹੇਠਾਂ ਸ਼ਰਾਬ ਪੀ ਰਹੇ ਸਨ, ਮਸਤ ਹੋਏ ਹੋਏ ਉੱਥੇ ਆ ਗਏ ਅਰ ਇਹ ਹਾਲ ਵੇਖ ਕੇ ਸਮਝੇ ਕਿ ਸਭੇ ਖਾਰ ਸਾੜ ਪਿੱਛੇ ਇਸ ਨੂੰ ਕੁੱਟਦੀਆਂ ਹਨ। ਇਹ ਸਮਝ ਕੇ ਦੋ ਧੌਲਾਂ ਸਭਨਾਂ ਦੇ ਸਿਰ ਮਾਰ ਕੇ ਉਸ ਵਿਚਾਰੀ ਨੂੰ ਬਾਹੋਂ ਫੜ ਕੇ ਬਾਹਰ ਸੱਜੇ ਪੁਰ ਲੈ ਗਏ ਤੇ ਨਸ਼ੇ ਵਿੱਚ ਮਸਤ ਹੋ ਕੇ ਲੱਗੇ ਊਲ ਜਲੂਲ ਗੱਲਾਂ ਕਰਨ। ਇਸ ਵੇਲੇ ਇਸ ਇਸਤਰੀ ਨੂੰ ਨਿਸ਼ਚਾ ਹੋ ਗਿਆ ਕਿ ਹੁਣ ਧਰਮ ਬਚਨ ਦੀ ਕੋਈ ਵਾਹ ਨਹੀਂ ਰਹੀ, ਹੁਣ ਜਾਨ ਦੇਣੀ ਉੱਤਮ ਹੈ। ਸੰਕਲਪ ਧਾਰਿਆ ਕਿ ਬਾਰੀ ਦੇ ਪਾਸ ਖੜੀ ਹਾਂ, ਛਾਲ ਮਾਰ ਦੇਵਾਂ, ਪਰ ਹਾਏ, ਦੁਖੀਆਂ ਪਾਸੋਂ ਮੌਤ ਵੀ ਡਰਦੀ ਹੈ। ਇਸ ਦੀ ਬੇਰੁਖੀ, ਉਦਾਸੀ ਤੇ ਨਿਰਾਸਤਾ ਤੇ ਸ਼ਰਾਬੀ ਨਵਾਬ ਨੂੰ ਵੀ ਕਹਿਰ ਚੜ੍ਹ ਗਿਆ। ਉਸਨੇ ਵੀਣਿਓਂ ਵੱਡੇ ਜ਼ੋਰ ਨਾਲ ਫੜਿਆ ਤੇ ਲਾਲ ਅੱਖਾਂ ਕਰਕੇ ਪਤਾ ਨਹੀਂ ਕੀ ਬੋਲਣ ਲੱਗਾ ਸੀ ਕਿ ਉਸਦੀ ਆਵਾਜ਼ ਇਉਂ ਨਿਕਲੀ, ਕੈਂ ਕੈਂ ਕਾਂ ਕਾਂ ਕੈਂ। ਹੈਂ, ਇਹ ਕੀ ਹੋ ਗਿਆ? ਨਵਾਬ ਜੀ ਕੀ ਆਖਣ ਲੱਗੇ ਸਨ? ਸੰਗ ਨੂੰ ਕੀ ਹੋ ਗਿਆ? ਹਾਂ, ਨਵਾਬ ਸਾਹਿਬ ਨੂੰ ਕਿਸੇ ਤਕੜੇ ਹੱਥ ਨੇ ਗਿੱਚਿਓਂ ਫੜ ਲਿਆ ਅਰ ਜੋ ਕਹਿਣ ਲੱਗੇ ਸਨ ਸੰਗ ਵਿੱਚ ਹੀ ਰਹਿ ਗਿਆ। ਹੁਣ ਇਸ ਵੇਲੇ ਨਗਰ ਵਿੱਚੋਂ ਇੱਕ ਡਾਢੀ ਘਨਾਉ ਕਰਦੀ ਆਵਾਜ਼ ਜਿਕਰ ਅਸਮਾਨ ਦੀ ਹੁੰਦੀ ਹੈ, ਆ ਰਹੀ ਸੀ।
ਪਲੋ ਪਲੀ ਵਿੱਚ 5-7 ਹੋਰ ਆਦਮੀ ਉੱਤੇ ਆ ਚੜੇ। ਨਵਾਬ ਸਾਹਿਬ ਫੜੇ ਹੋਏ ਬੇਗਮਾਂ ਪੱਥਰਾਂ ਦੀਆਂ ਮੂਰਤਾਂ ਹੋ ਗਈਆਂ। ਗੋਲੀਆਂ ਇੱਕ ਪੈਰ ਦੌੜ ਕੇ ਦੂਜੇ ਰਸਤਿਓਂ ਬਾਹਰ ਹੋਈਆਂ। ਉਹ ਦੁਖੀ ਇਸਤਰੀ ਬੇਬਸ ਹੋ ਇਹੋ ਕਹੀ ਜਾਂਦੀ, ਜੈਸੀ ਰਾਖੀ ਦ੍ਰੋਪਦੀ ਦੀ ਲਾਜ। ਪਲ ਵਿੱਚ ਹੀ ਇੱਕ ਤੀਵੀਂ ਤੇ ਇੱਕ ਹਿੰਦੂ ਹੋਰ ਹੇਠੋਂ ਉੱਤੇ ਆਏ। ਹਿੰਦੂ ਨੂੰ ਦੇਖਦੇ ਹੀ ਉਹ ਇਸਤਰੀ ਖਿੜ ਗਈ। ਉਹ ਵੀ ਅੱਗੇ ਵਧਿਆ, ਪਰ ਇਸਤਰੀ ਨੇ ਝਟ ਕਿਹਾ, ਮਹਾਰਾਜ ਮੇਥੋਂ ਰਤਾ ਪਰੇ ਰਹੋ, ਮੈਂ ਹਿੰਦੂ ਧਰਮ ਗੁਆ ਬੈਠੀ ਹਾਂ। ਇਹ ਗੱਲ ਸੁਣ ਕੇ ਤੀਵੀਂ ਜੋ ਹਿੰਦੂ ਦੇ ਨਾਲ ਸੀ ਵੱਧ ਕੇ ਬੋਲੀ ਕਿ ਪਤੀ ਬ੍ਰਤਾ ਧਰਮ ਹਾਰ ਬੈਠੀ ਹੈ। ਉਸਨੇ ਉੱਤਰ ਦਿੱਤਾ, ਨਹੀਂ ਜੀ, ਮੈਂ ਸ਼ੀਲ ਧਰਮ ਵਿੱਚ ਦ੍ਰਿੜ ਹਾਂ, ਪਰ ਮੈਨੂੰ ਧੱਕੋ ਧੱਕੀ ਤੁਰਕ ਖਾਣਾ ਖੁਆ ਦਿੱਤਾ ਗਿਆ ਹੈ। ਇਹ ਸੁਣ ਕੇ ਉਹ ਤੀਵੀਂ ਜੋ ਸਾਡੀ ਬਹਾਦਰ ਭੈਣ ਸੁੰਦਰੀ ਸੀ ਬੋਲੀ, ਪਿਆਰੀ ਭੈਣ, ਧੰਨ ਹੈ ਤੂੰ ਜਿਸਨੇ ਏਡੇ ਕਸ਼ਟ ਵਿੱਚ ਆਪਣਾ ਜੱਤ ਸੱਤ ਪੱਕਾ ਰੱਖਿਆ। ਇੱਕ ਅੱਧੇ ਸਿੱਖ ਨੇ ਬੇਗਮਾਂ ਤੋਂ ਗਹਿਣੇ ਲੈਣ ਦੀ ਸਲਾਹ ਕੀਤੀ, ਪਰ ਬਲਵੰਤ ਸਿੰਘ ਨੇ ਝੱਟ ਰੋਕ ਦਿੱਤਾ ਕਿ ਇਸਤਰੀ ਪਰ ਧੱਕਾ ਕਰਨਾ ਖਾਲਸੇ ਦਾ ਧਰਮ ਨਹੀਂ। ਭਰਾ ਦੀ ਇਹ ਗੰਭੀਰਤਾ ਵੇਖ ਕੇ ਸੁੰਦਰੀ ਬਾਗੋ ਬਾਗ ਹੋ ਗਈ। ਪਲੋ ਪਲੀ ਵਿੱਚ ਨਵਾਬ ਦੀਆਂ ਮਸਕਾਂ ਕੱਸ ਕੇ ਸਾਰੇ ਜਾਣੇ ਉਤਰੇ। ਅੱਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ ਖਜ਼ਾਨਾ ਘੋੜਿਆਂ ਪਰ ਲਦਵਾ ਲਿੱਤਾ। ਖਾਲਸੇ ਦੀ ਫੌਜ ਸਾਰੇ ਨਗਰ ਵਿੱਚ ਜਰਵਾਣੇ ਤੇ ਪਾਪੀ ਮੁਗਲਾਂ ਪਾਸੋਂ ਹਿੰਦੂਆਂ ਦੇ ਬਦਲੇ ਲੈ ਰਹੀ ਸੀ। ਜਿਸ ਮਜਲੂਮ ਹਿੰਦੂ ਨੇ ਤੇ ਕੋਈ ਗਰੀਬ ਮੁਸਲਮਾਨਾਂ ਨੇ ਵੀ ਆਪਣੇ ਦੁੱਖ ਕਿਸੇ ਤੁਰਕ ਵੱਲੋਂ ਰੋਏ, ਖਾਲਸੇ ਨੇ ਉਸ ਦੀ ਸਹਾਇਤਾ ਕਰਕੇ ਧੱਕਾ ਕਰਨ ਵਾਲੇ ਖੂਬ ਸੋਧੇ। ਥੋੜੀ ਫੌਜ ਜੋ ਹਾਕਮ ਦੀ ਸੀ ਉਹ ਗੜੀ ਵਿੱਚ ਸੀ, ਜੋ ਸਿੱਖਾਂ ਨੇ ਪਹਿਲੇ ਹੀ ਬਾਹਰੋਂ ਬੰਦ ਕਰਕੇ ਘੇਰ ਲਈ ਸੀ। ਖਾਲਸਾ ਇਸ ਫੁਰਤੀ ਨਾਲ ਜਾ ਕੇ ਪਿਆ ਸੀ ਕਿ ਸਾਰੇ ਸ਼ਹਿਰ ਵਿੱਚ ਕਿਸੇ ਨੇ ਚਿੱਤ ਖੁਆਲ ਵੀ ਨਹੀਂ ਸੀ ਆਇਆ ਕਿ ਕੋਈ ਬਿਜਲੀ ਦਾ ਲਿਸ਼ਕਾਰਾ ਦਿਨ ਬਦਲੋਂ ਹੀ ਆ ਪੈਣ ਵਾਲਾ ਹੈ। ਇਹੋ ਹੀ ਖਾਲਸੇ ਦੀ ਉਸ ਵੇਲੇ ਦੀ ਪ੍ਰਬੀਨਤਾ ਸੀ ਕਿ ਅੱਤ ਦੇ ਫੁਰਤੀਲੇ ਤੇ ਅੱਤ ਦੇ ਨਿਸ਼ਾਨੇਬਾਜ਼ ਬੰਦੂਕਚੀ ਸਨ। ਦੁਖੀਏ ਖੱਤਰੀ ਦੀ ਇਸਤਰੀ ਤੇ ਨਵਾਬ ਨੂੰ ਕਾਬੂ ਕਰਕੇ ਸਰਦਾਰ ਸ਼ਾਮ ਸਿੰਘ ਤੇ ਬਲਵੰਤ ਸਿੰਘ ਖੱਤਰੀ ਦੇ ਘਰ ਪਹੁੰਚੇ। ਥੜੇ ਪਰ ਦਰੀ ਵਿਛਾ ਕੇ ਡਟ ਗਏ। ਹੁਣ ਫੌਜ ਸਾਰੀ ਨਗਰੋਂ ਬਾਹਰ ਇਕੱਠੀ ਹੋ ਰਹੀ ਸੀ। 10-20 ਜਵਾਨ ਸਰਦਾਰ ਦੇ ਨਾਲ ਵੀ ਸਨ। ਬੀਬੀ ਸੁੰਦਰੀ ਪੀ ਤੇ ਉਹ ਤੀਵੀਂ ਜਿਸ ਦਾ ਹਾਲ ਅਸੀਂ ਦੱਸਦੇ ਆਏ ਹਾਂ, ਕੋਲ ਬੈਠੀ ਹੈ। ਸਰਦਾਰ ਸਾਹਿਬ ਨੇ ਹੁਕਮ ਕੀਤਾ ਕਿ ਪਿੰਡ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾਓ। 2 ਸਿੰਘ ਇਹ ਕੰਮ ਕਰਨ ਚਲੇ ਗਏ। ਖੱਤਰੀ ਆਪਣੇ ਘਰ ਅੰਦਰ ਜਾ ਕੇ ਦੇਖ ਰਿਹਾ ਸੀ ਕਿ ਮਾਲ ਮਤਾ ਲੁੱਟਿਆ ਗਿਆ ਹੈ ਕਿ ਨਹੀਂ, ਪਰ ਉਸਦੇ ਭਾਗਾਂ ਨੂੰ ਇੱਕ ਕੋਟੀ ਦਾ ਵੀ ਨੁਕਸਾਨ ਨਹੀਂ ਹੋਇਆ ਸੀ। ਇੰਨੇ ਚਿਰ ਨੂੰ ਇੱਕ ਬੁੱਢੀ ਤੀਵੀਂ ਡੰਗੋਰੀ ਟੇਕਦੀ ਤੇ ਅੱਖਾਂ ਤੋਂ ਹੰਝੂ ਕੇਰਦੀ ਆਈ ਔਰ ਬੁਢਾਪੇ ਦੀ ਢਿੱਲੀ ਪਈ ਹੋਈ ਆਵਾਜ਼ ਵਿੱਚ ਬੋਲੀ, ਹੇ ਸਿੰਘ ਸੂਰਮੇ, ਤੇਰਾ ਜੁਗ ਜੁਗ ਜੁਗਰਾਜ, ਤੂੰ ਤਾਂ ਕੋਈ ਰੱਬ ਦੇ ਅਵਤਾਰ ਘੱਲਿਆ ਹੈ। ਮੇਰੀ ਛਾਤੀ ਠੰਡੀ ਪਾ, ਰੱਬ ਤੈਨੂੰ ਇਸ ਤੋਂ ਚੋਗਨਾ ਕਰੇ। ਸੁੰਦਰੀ ਦਾ ਮਨ ਇਹ ਦੁਹਾਈ ਸੁਣ ਕੇ ਦਰਵ ਗਿਆ। ਬੋਲੀ, ਮਾਈ ਕੀ ਗੱਲ ਹੈ? ਮਾਈ ਬੱਚੀ ਕੀ ਦੱਸਾਂ, ਆ ਜੋ ਹਾਕਮ ਬੈਠਾ ਹੈ ਇਸ ਵੇਲੇ ਚੋਰ ਵਾਂਗੂ ਬੱਧਾ ਹੋਇਆ, ਇਸ ਨੇ ਮੇਰੇ ਨਾਲ ਵੱਡਾ ਅਨਰਥ ਕੀਤਾ ਹੈ। ਮੇਰਾ ਇੱਕੋ ਪੁੱਤਰ ਸੀ ਤੇ ਪੋਰਿਆਂ ਕਰ ਕਰਕੇ ਮੈਂ ਉਸਨੂੰ ਪਾਲਿਆ ਸੀ। ਇੱਕ ਦਿਨ ਕਰਮਾਂ ਦੀ ਮਾਰ ਇਹਦੇ ਮਹਿਲਾਂ ਹੇਠੋਂ ਲੰਘਦਾ ਹੋਇਆ ਗਿੱਚੀ ਉੱਚੀ ਕਰਕੇ ਬਾਰੀ ਵੱਲ ਤੱਕ ਬੈਠਾ। ਭਾਵੇਂ ਬਾਰੀ ਵਿੱਚ ਸਵਾਹ ਵੀ ਨਹੀਂ ਸੀ, ਪਰ ਇਸ ਨਵਾਬ ਨੂੰ ਗੁੱਸਾ ਆ ਗਿਆ। ਲੋਂਦੀ ਦੇ ਪੁੱਤਰ ਨੂੰ ਇੰਨਾ ਮਰਵਾਇਓਸ ਕਿ ਉਹ ਮਰ ਹੀ ਗਿਆ। ਮੈਂ ਬਥੇਰੇ ਤਰਲੇ ਕੀਤੇ, ਪਰ ਇਸ ਪੱਥਰ ਚਿੱਤ ਨੇ ਇੱਕ ਨਾ ਸੁਣੀ। ਹੇ ਰੱਬ ਦੇ ਘੱਲੇ ਹੋਏ ਪਾਤਸ਼ਾਹ, ਮੇਰਾ ਨਿਆਂ ਕਰ। ਇਹ ਗੱਲ ਸੁਣ ਕੇ ਹਾਕਮ ਦੇ ਚਿਹਰੇ ਪਰ ਫਿਟਕਾਰ ਦਾ ਰੰਗ ਫਿਰ ਗਿਆ। ਸਿੰਘਾਂ ਸਭਨਾਂ ਦੇ ਹਿਰਦੇ ਦਰਵ ਗਏ। ਸ਼ਾਮ ਸਿੰਘ ਨੇ ਕੁਝ ਚਿਰ ਸੋਚ ਕੇ 5-7 ਮਹਿਲੇਦਾਰਾਂ ਤੋਂ ਪੁੱਛਿਆ ਕਿ ਇਹ ਬੁੱਢੀ ਸੱਚ ਆਖਦੀ ਹੈ ਤਾਂ ਠੀਕ ਨਿਕਲਿਆ। ਪਲ ਮਗਰੋਂ ਇੱਕ ਜਵਾਨ ਮੁਸਲਮਾਨ ਤੀਵੀਂ ਇੱਕ ਬਾਲ ਕੁੱਛੜ ਤੇ 2 ਉਂਗਲਾਂ ਨਾਲ ਲਾਈ ਲੀਰਾਂ ਵਗਦੀਆਂ ਤੇ ਭੁੱਖ ਨਾਲ ਵਿਲੂ ਵਿਲੂ ਕਰਦਿਆਂ ਨੂੰ ਲਿਆਈ।
ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁੱਛਿਆ, ਤੂੰ ਬੀਬੀ ਕਿਹਕੂ ਆਈ ਹੈ? ਉਸਨੇ ਉੱਤਰ ਦਿੱਤਾ ਕਿ ਤੈਨੂੰ ਸਾਈਂ ਵੱਲੋਂ ਘੱਲਿਆ ਸਮਝ ਕੇ ਨਿਆਂ ਕਰਵਾਉਣ ਆਈ ਹਾਂ। ਮੇਰਾ ਸਾਈਂ ਇਸ ਹਾਕਮ ਦਾ ਦਰਬਾਰੀ ਸੀ ਅਰ ਸਾਡੇ ਘਰ ਦੌਲਤ ਦੀ ਪਰਵਾਹ ਨਹੀਂ ਸੀ। ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਨਵਾਬ ਨਾਲ ਲੜ ਪਿਆ। ਬਸ ਉਸੇ ਵੇਲੇ ਮਰਵਾ ਦਿੱਤੋਸ ਤੇ ਸਾਰਾ ਘਰ-ਬਾਰ ਲੁੱਟ ਕੇ ਮੈਨੂੰ ਫਕੀਰਨੀ ਕਰ ਦਿੱਤਾ। ਸੋ ਹੁਣ ਮੇਰੇ ਤੇ ਇਹਨਾਂ ਬੱਚਿਆਂ ਜੋਗਾ ਘਰ ਪਾ ਅੰਨ ਵੀ ਨਹੀਂ ਰਿਹਾ। ਮੰਗਿਆ ਵੀ ਪਿੱਛਿਆ ਨਹੀਂ ਪੈਂਦੀ। ਕੀ ਕਰਾਂ, ਮੌਤ ਵੀ ਨਹੀਂ ਆਂਦੀ। ਤੂੰ ਜਰਵਾਣਿਆਂ ਦਾ ਸਿਰ ਭੰਨ ਜਾਪਦਾ ਹੈ। ਕੁਝ ਮੈਂ ਦੁਖਿਆਰੀ ਦਾ ਵੀ ਉਪਰਾਲਾ ਕਰ। ਇਹ ਗੱਲ ਸੁਣ ਕੇ ਵੀ ਸਿੱਖਾਂ ਦੇ ਮਨ ਵਿੱਚ ਨਵਾਬ ਵੱਲੋਂ ਡਾਢੀ ਘ੍ਰਿਣਾ ਹੋਈ। ਉਦਾਰ ਚਿੱਤ ਸਰਦਾਰ ਨੇ ਨਵਾਬ ਦੇ ਖਜ਼ਾਨੇ ਵਿੱਚੋਂ ਇੱਕ ਥੈਲੀ ਮੰਗਵਾਈ ਤੇ ਉਸ ਦੁਖੀਆਂ ਦੀ ਝੋਲੀ ਵਿੱਚ ਪਾ ਕੇ ਕਿਹਾ, ਜਾ ਤੇ ਖਾ ਪੀ ਤੇ ਆਰਾਮ ਕਰ। ਇਹ ਗੱਲ ਵੇਖ ਕੇ ਇੱਕ ਬ੍ਰਾਹਮਣ ਨੇ ਹੌਲੀ ਜੀ ਕਿਹਾ, ਸਰਦਾਰ ਦੂਰ ਦੀ ਸੋਝੀ ਨਹੀਂ ਕਰਦੇ, ਵੇਖੋ ਮਲੇਸ਼ਨੀ ਨੂੰ ਰੁਪਏ ਦੇ ਦਿੱਤੇ ਸੋ। ਇਹ ਗੱਲ ਸਰਦਾਰ ਨੇ ਸੁਣ ਪਾਈ। ਬੋਲਿਆ, ਸੁਣੋ ਮਿਸਰ ਜੀ, ਇਹ ਸਾਡਾ ਘਰ ਪੱਖਪਾਤੀ ਨਹੀਂ ਹੈ, ਨਾ ਸਾਨੂੰ ਕਿਸੇ ਨਾਲ ਵੈਰ ਹੈ। ਹਿੰਦੂ ਮੁਸਲਮਾਨ ਕੀ ਸਾਡੇ ਸਤਿਗੁਰਾਂ ਨੂੰ ਕਿਸੇ ਨਾਲ ਵੀ ਵੈਰ ਨਹੀਂ ਸੀ। ਸਾਰੀ ਸ੍ਰਿਸ਼ਟੀ ਸਾਨੂੰ ਇੱਕ ਸਮਾਨ ਹੈ। ਅਸੀਂ ਤਾਂ ਅਨਿਆਏ ਨਾਸ਼ ਕਰਨਾ ਹੈ ਤੇ ਪੂਰਾ ਤੋਲਣਾ ਹੈ। ਇਸ ਵੇਲੇ ਜੋ ਹਾਕਮ ਜ਼ੁਲਮ ਕਰ ਰਹੇ ਹਨ, ਅਸਾਂ ਤਾਂ ਉਹਨਾਂ ਨੂੰ ਸੋਧਣਾ ਹੈ। ਉਹਨਾਂ ਨੂੰ ਸੋਧਣਾ, ਜ਼ੁਲਮ ਨੂੰ ਸੋਧਣਾ ਹੈ। ਬ੍ਰਾਹਮਣ ਬੋਲਿਆ, ਫਿਰ ਆਪ ਤੁਰਕਾਂ ਨੂੰ ਕਿਉਂ ਮਾਰਦੇ ਹੋ? ਉਹਨਾਂ ਨੂੰ ਸ਼ਰਨ ਲਓ। ਸ਼ਾਮ ਸਿੰਘ, ਪੰਡਿਤ ਜੀ, ਸਾਡਾ ਤੁਰਕਾਂ ਨਾਲ ਕੀ ਪਠਾਨਾਂ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿੱਛੇ ਕੋਈ ਵੈਰ ਨਹੀਂ ਹੈ। ਨਾ ਹੀ ਵੈਰ ਵਿਰੋਧ ਵਿੱਚ ਪੈ ਕੇ ਅਸੀਂ ਉਹਨਾਂ ਦਾ ਰਾਜ ਗੁਆ ਰਹੇ ਹਾਂ। ਸਾਡਾ ਮੁਗਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਉਹ ਪਾਤਸ਼ਾਹ ਹੋ ਕੇ ਪਰਜਾ ਨੂੰ ਦੁੱਖ ਦਿੰਦੇ ਹਨ, ਨਿਆਂ ਨਹੀਂ ਕਰਦੇ ਹਨ, ਬੇਗੁਨਾਹਾਂ ਤੇ ਨਿਰਦੋਸ਼ੀਆਂ ਨੂੰ ਮਰਵਾ ਸੁੱਟਦੇ ਹਨ, ਮਾਮਲਾ ਲੈਂਦੇ ਹਨ ਪਰ ਪਰਜਾ ਦੀ ਰਾਖੀ ਨਹੀਂ ਕਰਦੇ, ਧਰਮ ਵਿੱਚ ਦਖਲ ਦਿੰਦੇ ਹਨ, ਮੱਲੋ ਮੱਲੀ ਧਰਮਹੀਣ ਕਰਦੇ ਹਨ। ਇਹ ਪਾਪ ਹਨ। ਰਾਜਾ ਦਾ ਧਰਮ ਇਹ ਨਹੀਂ ਹੈ। ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰ ਰਹੇ ਹਾਂ। ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ ਨਹੀਂ। ਸਾਡੇ ਸਤਿਗੁਰ ਧਰਮ ਫੈਲਾਵਨ ਆਏ ਸਨ, ਸੋ ਉਹਨਾਂ ਦੇ ਵਾਕਾ ਪਰਪੱਕ ਹਾਂ ਅਰ ਸਤ ਧਰਮ ਪਿੱਛੇ ਉਹਨਾਂ ਪੁਰਖਾਂ ਦਾ ਨਾਸ਼ ਕਰਦੇ ਹਾਂ ਜੋ ਧਰਮ ਕਰਦੇ ਹਨ ਅਤੇ ਅਕਾਲ ਪੁਰਖ ਦੀ ਪਰਜਾ ਨੂੰ ਦਿਖਾਉਂਦੇ ਹਨ। ਤੁਸੀਂ ਦੇਖੋ, ਇੱਥੇ ਹਾਕਮ ਮਤਾਣੇ ਤੇ ਜਰਵਾਣੇ ਹੋ ਰਹੇ ਹਨ। ਨਾ ਕਿ ਇਹਨਾਂ ਨੂੰ ਖੌਫ ਖੁਦਾ ਦਾ ਹੈ, ਨਾ ਹੀ ਲਾਹੌਰ ਦਿੱਲੀ ਦਾ ਕੋਈ ਰੋਬ ਰਹਿ ਗਿਆ ਹੈ। ਦਿੱਲੀ ਆਪ ਢਿੱਲੀ ਹੁੰਦੀ ਜਾ ਰਹੀ ਹੈ, ਲਾਹੌਰ ਵੀ ਕਈ ਰੰਗ ਪਲਟਦਾ ਜਾ ਰਿਹਾ ਹੈ। ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁੱਪ ਹੋ ਗਏ। ਇੰਨੇ ਨੂੰ ਰਹਿੰਦੇ ਖੂੰਦੇ ਬ੍ਰਾਹਮਣ ਤੇ ਕਈ ਖੱਤਰੀ ਪਿੰਡ ਦੇ ਇਕੱਠੇ ਹੋ ਗਏ ਸਨ। ਹੁਣ ਸਰਦਾਰ ਨੇ ਕਿਹਾ, ਦੇਖੋ, ਇਹ ਇਸਤਰੀ ਪਤੀ ਵਰਤ ਧਰਮ ਵਿੱਚ ਕਿੱਡੀ ਪੱਕੀ ਰਹੀ ਹੈ ਤੇ ਪਰਮੇਸ਼ਰ ਨੇ ਵੀ ਇਸ ਦੀ ਲਾਜ ਰੱਖੀ ਹੈ, ਪਰ ਤੁਰਕਾਂ ਨੇ ਇਸ ਨੂੰ ਧੱਕੋ ਧੱਕੀ ਆਪਣੇ ਮਜ਼ਹਬ ਵਿੱਚ ਰਲਾ ਲਿੱਤਾ ਸੀ। ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸ ਨੂੰ ਆਪਣੇ ਧਰਮ ਵਿੱਚ ਰਲਾ ਲਓ ਅਰ ਵਰਤਾ ਕੇ ਅਭੇਦ ਕਰ ਲਓ ਜੋ ਅਸੀਂ ਵਿਦਾ ਹੋਈਏ। ਪਰ ਖੱਤਰੀ ਬ੍ਰਾਹਮਣਾਂ ਨੇ ਉੱਤਰ ਦਿੱਤਾ ਕਿ ਇਹ ਕਦੀ ਨਹੀਂ ਹੋਣਾ। ਪਰੰਪਰਾ ਚਲੀ ਆਈ ਹੈ। ਹਿੰਦੂ ਧਰਮ ਕੱਚਾ ਧਾਗਾ ਹੈ, ਇਹ ਝਟਪਟ ਟੁੱਟ ਜਾਂਦਾ ਹੈ। ਤੁਸੀਂ ਜਾਣਦੇ ਹੋ, ਟੁੱਟੇ ਫਲ ਵੀ ਕਦੇ ਬੂਟਿਆਂ ਨਾਲ ਲੱਗੇ ਹਨ। ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸ ਦਾ ਕੋਈ ਕਸੂਰ ਨਹੀਂ ਸੀ, ਸਗੋਂ ਇਸ ਦੀ ਬਹਾਦਰੀ ਪਰ ਸ਼ਾਬਾਸ਼ ਦੋ ਤੇ ਵਿਛੜਿਆਂ ਨੂੰ ਗੱਲ ਲਾਓ। ਸ਼ਰਨ ਆਏ ਨੂੰ ਧੱਕਾ ਨਾ ਦਿਓ। ਸ਼ਰਨ ਆਏ ਨੂੰ ਤਰਾਹਣਾ ਵੱਡਾ ਪਾਪ ਹੈ। ਅਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ। ਫਿਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ, ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਹਨਾਂ ਵਿੱਚ ਸਨ ਸੋ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਧਾਗਾ ਹੈ। ਹਿੰਦੂ ਜਨਮ ਨਾਲ ਹੀ ਹੁੰਦਾ ਹੈ, ਕਿਸੇ ਮਰਿਆਦਾ ਨਾਲ ਕੋਈ ਹਿੰਦੂ ਨਹੀਂ ਬਣ ਸਕਦਾ। ਇਹ ਅਸਲ ਉਹਨਾਂ ਦੇ ਅੰਦਰ ਬੱਝਾ ਪਿਆ ਸੀ। ਹਾਲਾਤ ਦੀ ਮੁਸ਼ਕਲ ਦੇਖ ਕੇ ਵੀ ਉਹ ਆਪਣੇ ਉਸ ਖਿਆਲ ਤੋਂ ਨਾ ਬਦਲੇ। ਇਹ ਕਠੋਰਤਾ ਦੇਖ ਉਸ ਖੱਤਰੀ ਤੇ ਉਸਦੀ ਵਹੁਟੀ ਨੇ ਵੀ ਤਰਲੇ ਕੀਤੇ, ਪਰ ਕਿਸੇ ਨੇ ਨਾ ਮੰਨੀ।
ਹੁਣ ਸਰਦਾਰ ਨੂੰ ਰੋਹ ਚੜ ਪਿਆ। ਹੁਕਮ ਕੀਤਾ ਕਿ ਕੜਾਹ ਪ੍ਰਸ਼ਾਦ ਤਿਆਰ ਕਰੋ। ਝਟਪਟ ਕੜਾਹ ਪ੍ਰਸ਼ਾਦ ਤਿਆਰ ਹੋ ਗਿਆ। ਅਰਦਾਸਾ ਸੋਧਿਆ ਗਿਆ। ਹੁਕਮ ਦਿੱਤਾ ਕਿ ਖਤਰਾਨੀ ਵਰਤਾਵੇ ਅਰ ਸਭ ਖਾਣ। ਜੋ ਨਹੀਂ ਖਾਵੇਗਾ ਮਾਰਿਆ ਜਾਵੇਗਾ। ਇਸ ਹੁਕਮ ਨਾਲ ਸਾਰੇ ਕੰਮ ਉੱਠੇ। ਸੁੰਦਰੀ ਦਾ ਮਨ ਤਰਬਕ ਉੱਠਿਆ। ਉੱਠ ਕੇ ਖੱਤਰੀ ਨੂੰ ਵੱਖਰਿਆਂ ਲਿਜਾ ਕੇ ਸਮਝਾਉਣ ਲੱਗੀ ਕਿ ਇਹਨਾਂ ਬ੍ਰਾਹਮਣਾਂ ਨੂੰ ਇੱਕ ਮੋਹਰ ਦੇ ਜਾ, ਚਰਨੀ ਹੱਥ ਲਾਈ ਜਾ, ਫੇਰ ਸਾਰੇ ਖਾ ਲੈਣਗੇ। ਉਸਨੇ ਇਸੇ ਤਰ੍ਹਾਂ ਕੀਤਾ। ਅੱਗੇ ਅੱਗੇ ਖੱਤਰੀ ਮੋਹਰ ਦਿੰਦਾ ਜਾਵੇ ਤੇ ਮਗਰ ਮਗਰ ਖਤਰਾਣੀ ਕੜਾਹ ਪ੍ਰਸ਼ਾਦ ਵਰਤਾਈ ਜਾਵੇ। ਫੇਰ ਤਾਂ ਸਭ ਨੇ ਖਾ ਲਿਆ ਤੇ ਆਸ਼ੀਰਵਾਦ ਦੇ ਕੇ ਵਿਦਾ ਹੋਏ। ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ, ਪਰ ਖੱਤਰੀ ਤੇ ਖਤਰਾਨੀ ਨਿਮਰਤਾ ਕਰਕੇ ਬੋਲੇ ਕਿ ਹੁਣ ਅਸਾਂ ਇੱਥੇ ਨਹੀਂ ਰਹਿਣਾ, ਸਾਨੂੰ ਨਾਲ ਲੈ ਚਲੋ, ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ। ਇੱਕ ਤਾਂ ਮਨ ਇੱਥੇ ਦੇਬੇਲ ਰਹੇਗਾ, ਤੁਸਾਂ ਵਿੱਚ ਤੁਹਾਡੇ ਸੰਗ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ। ਦੂਜਾ, ਇੱਥੇ ਤੁਰਕ ਸਿਪਾਹੀ ਆਉਣਗੇ ਤੇ ਸਭ ਦਾ ਗੁੱਸਾ ਆਸਾਪੁਰ ਪਏਗਾ। ਤੁਸਾਂ ਹੁਣੇ ਚਲੇ ਜਾਣਾ ਹੈ, ਸੋ ਸਾਨੂੰ ਨਾਲ ਹੀ ਲੈ ਚਲੋ। ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ, ਜਨਮ ਸਫਲਾ ਹੋ ਜਾਏਗਾ। ਮੇਰਾ ਸਾਰਾ ਧਨ ਵੀ ਨਾਲ ਲੈ ਚਲੋ, ਜੋ ਖਾਲਸੇ ਦੇ ਕੰਮ ਆਵੇ। ਇੱਥੇ ਬਿਰਥਾ ਜਾਊ। ਪੁੱਤ ਧੀ ਮੇਰਾ ਕੋਈ ਖਾਣ ਵਾਲਾ ਪਿੱਛੇ ਹੈ ਹੀ ਨਹੀਂ। ਕੁਝ ਚਰਚਾ ਦੇ ਮਗਰੋਂ ਇਹ ਗੱਲ ਮੰਨੀ ਗਈ ਤੇ ਖਾਲਸਾ ਜੀ ਨੇ ਫਿਰ ਭੀੜੀ ਜੋ ਨੂੰ ਰੁੱਖ ਕੀਤਾ। ਪਰੰਤੂ ਤੁਰਨੇ ਤੋਂ ਪਹਿਲਾਂ ਸਰਦਾਰ ਨੇ ਉਸ ਪਿੰਡ ਦੇ ਲਾਗੇ ਦੇ 2 ਕੁ ਪਿੰਡਾਂ ਦੇ ਲੋਕ ਇਕੱਠੇ ਕਰਕੇ ਕਿਹਾ ਕਿ ਇਹ ਹਾਕਮ ਪਰਜਾ ਉੱਤੇ ਜ਼ੁਲਮ ਕਰਦਾ ਹੈ। ਜ਼ਿਮੀਂਦਾਰਾਂ ਤੋਂ ਇਸ ਨੇ ਵੱਧ ਮਾਮਲੇ ਲਏ ਹਨ। ਕਈ ਸ਼ਾਹਾਂ ਨੂੰ ਲੁੱਟ-ਪੁੱਟ ਕੇ ਇਸ ਨੇ ਨੰਗ ਕੀਤਾ। ਬੇਗੁਨਾਹਾਂ ਨੂੰ ਮਰਵਾਇਆ, ਅਨਾਥਾਂ ਨੂੰ ਤਸੀਹੇ ਦਿੱਤੇ। ਅਨਹਾਕਮ ਹੋ ਕੇ ਥੋਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਬੇ ਹਨ। ਨਿਆਉ ਕਰਨ ਦੀ ਥਾਂ ਇਸ ਨੇ ਸ਼ਰਾਬ ਤੇ ਵਿਸਿਆਂ ਵਿੱਚ ਸਮਾਂ ਬਿਤਾਇਆ ਤੇ ਰੱਬ ਦੀ ਪਰਜਾ ਨੂੰ ਜੋ ਇਸ ਦੇ ਹਵਾਲੇ ਸੀ, ਇਸ ਨੇ ਬੇਤਰਸਾਂ ਵਾਂਗ ਦੁੱਖ ਦਿੱਤਾ ਹੈ। ਇਸ ਲਈ ਇਸ ਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿੱਤਾ ਜਾਂਦਾ ਹੈ। ਕਹਿੰਦਾ ਹੀ ਸੀ ਕਿ 2 ਚੂੜੀਆਂ ਨੇ ਪਾਪੀ ਦੇ ਗਲ ਰੱਸਾ ਪਾ ਕੇ ਬ੍ਰਿਕ ਨਾਲ ਟੰਗ ਦਿੱਤਾ। ਇਸ ਦੀ ਲੋਥ ਫੜਕਦੀ ਦੇਖ ਕੀ ਹਿੰਦੂ ਕੀ ਮੁਸਲਮਾਨ ਸਭ ਖੁਸ਼ ਹੋਏ। ਹਾਂ, 2 ਇੱਕ ਨੀਵੇਂ ਆਚਾਰ ਵਾਲੇ ਮੁੱਲਾਂ ਨੇ ਪੇਟ ਪਿੱਛੇ, ਜਿਸ ਵਿੱਚ ਇਸ ਦੇ ਪਾਪਾਂ ਦਾ ਹਿੱਸਾ ਪਹੁੰਚਾਇਆ ਹੁੰਦਾ ਸੀ, ਵਿੱਚੇ ਵਿੱਚ ਕੁੜਦੇ ਰਹੇ।